ਮੈਨੂੰ ਟੀਚਰਾਂ ਕਰਦੇ ਸੀਗੇ ਮੇਰੇ ਨਾਲ ਦੇ, ਈਵਨ ਮੇਰੇ ਟੀਚਰਸ ਸਕੂਲ ਦੇ ਵਿੱਚ, ਕਿ ਤੁਸੀਂ ਚੁੰਨੀ ਲੈ ਕੇ ਰੱਖਦੇ ਹੋ, ਤੂੰ ਬੇਬੇ ਬਣ ਕੇ ਰਹਿਣੀ ਹੈ। ਦਿਸ ਇਜ਼ ਦ ਵਰਡਿੰਗਸ ਦੈਟ ਆਈਵ ਹਰਡ ਦੇਅਰ। ਰੈਂਟ ਦੇਤਾ, ਜਿਵੇਂ ਕਿ ਆਪਾਂ ਫਸਟ ਔਰ ਲਾਸਟ ਮੰਥ ਦਾ ਰੈਂਟ ਲੈ ਸਕਦੇ ਨੇ, ਤੁਹਾਡੇ ਤੋਂ ਉਸ ਤੋਂ ਜ਼ਿਆਦਾ ਲੈ ਨਹੀਂ ਸਕਦੇ। ਸਿੱਧਾ 1000-1200 ਦਾ ਰੈਂਟ ਦੇਤਾ, ਬਾਅਦ 'ਚ ਪਤਾ ਲੱਗਾ ਜੀ ਘਰ ਹੀ ਐਗਜ਼ਿਸਟ ਨਹੀਂ ਕਰਦਾ। ਕੁੜੀ ਕੱਲੀ ਭੇਜਣੀ ਹੈ ਤੁਸੀਂ, ਹਜੇ ਤੇ ਹੁਣ ਇਹਨੂੰ ਸਮਝ ਆਈ ਹੈ ਦੁਨੀਆਦਾਰੀ ਦੀ, ਤੇ ਤੁਸੀਂ ਇਹਨੂੰ ਬਾਹਰ ਭੇਜਣ ਲੱਗੇ ਹੋ, ਕੱਲੀ ਨੂੰ ਭੇਜਣ ਲੱਗੇ ਹੋ। ਨਾ ਭੇਜੋ, ਵਿਆਹ ਕਰਕੇ ਭੇਜੋ। ਕੁੜੀ ਨੇ ਉੱਥੇ ਜਾ ਕੇ ਵਿਗੜ ਜਾਣਾ, ਤੇ ਜਦੋਂ ਉੱਥੇ ਜਾ ਕੇ ਵਿਗੜ ਗਈ ਫਿਰ ਕੀ ਕਰੋਗੇ? ਆਈ ਹੈਵ ਹਰਡ ਦਿਸ ਸੇਇੰਗ ਪੀਪਲ ਕਿ ਕੁੜੀਆਂ ਉੱਥੇ ਜਾ ਕੇ ਚੇਂਜ ਹੋ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸਿਮਰਨਜੀਤ ਹੈ। ਮੈਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ 1 ਸਾਲ ਪਹਿਲਾਂ ਆਈ ਸੀ, and recently I'm studying in Sheridan College as a student of applied sciences, and yeah, it has been a wonderful experience for me. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਸੋ ਤੁਸੀਂ ਇੱਕ ਛੋਟੀ ਜਿਹੀ ਇੰਟਰੋਡਕਸ਼ਨ ਸੁਣੀ ਹੋਣੀ ਹੈ ਸਿਮਰਨਜੀਤ ਹੋਣਾ ਦੀ, ਇੱਥੇ ਮੇਰੇ ਨਾਲ ਮੌਜੂਦ ਨੇ। ਉਹਨਾਂ ਦਾ ਪਹਿਲਾਂ ਸਵਾਗਤ ਕਰਦੇ ਹਾਂ ਤੇ ਫਿਰ ਗੱਲਬਾਤ ਕਰਾਂਗੇ। ਸਿਮਰਨਜੀਤ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ? ਠੀਕ ਹੋ? ਹਾਂਜੀ, ਬਹੁਤ ਵਧੀਆ। ਤੁਸੀਂ ਸੁਣਾਓ? ਅੱਛਾ, ਪਹਿਲਾਂ ਤਾਂ ਥੈਂਕ ਯੂ ਸੋ ਮਚ। ਬਹੁਤ ਘੱਟ ਐਸੀਆਂ ਕੁੜੀਆਂ ਹੁੰਦੀਆਂ ਜਿਹੜਾ ਕਿ ਔਨ ਰਿਕਾਰਡ, ਔਨ ਕੈਮਰਾ ਗੱਲਬਾਤ ਕਰਨ ਦੇ ਲਈ ਅਗਰੀ ਕਰਦੀਆਂ। ਪਹਿਲਾਂ ਤਾਂ ਵਾਟ ਮੇਡ ਯੂ ਟੂ ਸੇ ਯੈਸ ਕਿ ਹਾਂ ਮੈਂ ਕਰਾਂਗੀ? I think I'm confident enough to speak in front of the camera, and plus I think that jithe mainu apna opinion agge liyan da mauka mile, I should talk. And I don't think so ki bande nu is cheez liye darna chahiye to just share your opinion with people. And yeah, it's good to share your opinions and your ideas, and I think it helps you to grow and become a better person. Very nice. ਅੱਛਾ ਸਿਮਰਨ, ਜਦੋਂ ਅਸੀਂ ਇੱਥੇ ਕੈਨੇਡਾ ਦੇ ਵਿੱਚ ਆਉਂਦੇ ਆ ਨਾ, ਖਾਸ ਕਰਕੇ ਉਦੋਂ ਸਾਨੂੰ ਇਸ ਤਰ੍ਹਾਂ ਦੀਆਂ ਚੀਜ਼ਾਂ ਬੈਕ ਹੋਮ ਤੋਂ ਨਾਲ ਲੈ ਕੇ ਤੁਰੇ ਹੁੰਦੇ ਆ ਕਿ ਕੱਲੀ ਕੁੜੀ ਆਪਣੇ ਆਪ ਨੂੰ ਇਦਾਂ ਹੈਂਡਲ ਨਹੀਂ ਕਰ ਸਕਦੀ, ਕੱਲੀ ਕੁੜੀ ਆਪਣੇ ਆਪ ਨੂੰ ਇਸ ਤਰ੍ਹਾਂ ਐਡਜਸਟ ਨਹੀਂ ਕਰ ਸਕਦੀ, ਹੈ ਨਾ? ਸੋ ਤੁਸੀਂ ਕੱਲੇ ਆਏ ਸੀਗੇ, ਤੁਸੀਂ ਐਜ਼ ਅ ਸਟੂਡੈਂਟ ਲੈਂਡ ਕੀਤੇ ਜੀ। ਕੱਲਿਆਂ ਦਾ ਐਕਸਪੀਰੀਅੰਸ 1 ਸਾਲ ਦੇ ਵਕਫੇ ਦੇ ਵਿੱਚ ਕਿੱਦਾਂ ਦਾ ਰਿਹਾ? ਸਾਡੀ ਫੈਮਿਲੀ 'ਚੋਂ ਮੈਂ ਪਹਿਲੀ ਹਾਂ ਜਿਹੜਾ ਜਿਹਨੇ ਕੈਨੇਡਾ ਐਂਟਰ ਕੀਤਾ। ਅੱਛਾ, ਹਾਂਜੀ। ਤੇ ਇੱਥੇ ਸਿਰਫ ਆਈ ਹੈਡ ਵਨ ਫਰੈਂਡ ਜੋ ਕਿ ਮੈਨੂੰ ਸੋਸ਼ਲ ਮੀਡੀਆ ਤੋਂ ਮਿਲੇ ਸੀਗੇ। ਸੋ ਵਟ ਆਫਟਰ ਯੋਰ ਵੀਜ਼ਾ? No, before. Like I knew the person like 1 year prior mere ਇੱਥੇ ਆਉਣ ਤੋਂ। So that person picked me up and he's my best friend. That person picked me up and he showed me the things around once, and ਮੈਂ ਸਾਰੀ ਪਲੈਨਿੰਗ ਇੰਡੀਆ ਤੋਂ ਪਹਿਲਾਂ ਹੀ ਕਰਕੇ ਆਈ ਸੀ। ਮੈਂ ਘਰ ਆਪਣਾ ਉੱਥੋਂ ਰੈਂਟ ਕਰਕੇ ਆਈ ਸੀ ਇੰਡੀਆ ਤੋਂ ਹੀ, ਤੇ ਸਾਰੀ ਪਲੈਨਿੰਗ ਕਿਹੜੀ ਚੀਜ਼ ਉੱਥੇ ਕਿਵੇਂ ਕਰਨੀ ਹੈ, I learned about everything. And when I came here, I directly came to my, like I didn't stayed with anybody, I directly came to my basement. So the first thing was, yes, the house was done, it was in the checklist. then I eventually made friends, and those friends that I had on social media, I contacted them personally. They like ਇੱਕ ਜਣੇ ਨੇ ਮੇਰੀ groceries help ਕੀਤੀ, ਇੱਕ ਜਣੇ ਨੇ like ਇੱਕ ਵਾਰੀ ਮੈਨੂੰ ਦਿਖਾਉਣ ਚ all around ਕਿ groceries ਕਿਵੇਂ buy ਕਰੀਦੀਆਂ ਨੇ, ਕਿਵੇਂ ਕਰੀਦਾ। Then the other person showed me ਕਿ ਤੇ banks ਕਿਵੇਂ deal ਕਰਦੇ ਆ। So I had bits from everybody about it. So yeah, like after within a week and two I was fine about things कि yeah, this is how you handle things here. ਤੇ ਬਸ ਉਸ ਤੋਂ ਬਾਅਦ I started building up. Then I found a job. It took me like I called almost like 100 agencies. मैं सवेरे 8 ਵਜੇ ਬਹਿ ਜਾਂਦੀ ਹੁੰਦੀ ਸੀ ਲੈ ਕੇ ਆਪਣੀ I made a list of numbers. You came in 2022? I came in 2022 ਦੇ ਵਿੱਚ ਆਏ ਸੀ? Yes, I came in 2022 August. ਠੀਕ ਹੈ। Yeah, ਤੇ ਬਸ ਸਵੇਰੇ ਸਾਲ ਹੁਣ ਹੋਇਆ ਤੁਹਾਨੂੰ ਕਿ I finished 1 year in August, this August. Yeah. ਤੇ ਡਾਇਰੀ ਲੈ ਕੇ ਬਹਿ ਜਾਣਾ ਕਰਨਾ ਸਵੇਰੇ 8 ਵਜੇ, ਪੂਰਾ ਮਹੀਨਾ ਹੀ ਚੱਲਿਆ। ਪਰ ਇਹ ਅਭੀ at the end you get job from your personal reference. So one of my friends put it up for reference of me, and yeah. ਅੱਛਾ, ਜਿਵੇਂ ਤੁਸੀਂ ਮੈਂਸ਼ਨ ਕੀਤਾ ਕਿ ਤੁਸੀਂ ਕੌਨਫੀਡੈਂਟ ਹੋ, ਤੁਸੀਂ ਤੁਹਾਡੇ 'ਚ ਕਾਫੀ ਕੌਨਫੀਡੈਂਸ ਹੈ, ਤੁਸੀਂ ਚੀਜ਼ਾਂ ਨੂੰ ਅੱਗੇ ਰੱਖ ਦਿੰਦੇ ਹੋ, ਗੱਲ ਕਰ ਦਿੰਦੇ ਹੋ। ਕੌਨਫੀਡੈਂਟ ਹੋਣ ਦੇ ਬਾਵਜੂਦ ਵੀ ਕੈਨੇਡਾ ਨੇ ਕਿਤੇ ਤੋੜਿਆ? ਜੌਬ ਨੇ ਜਦੋਂ ਆਪਣੀ ਕੁਆਲੀਫਿਕੇਸ਼ਨ ਔਰ ਤੁਹਾਡੇ ਸਕਿੱਲ ਸੈੱਟ ਤੋਂ ਤੁਹਾਨੂੰ ਘੱਟ ਜੌਬ ਤੇ ਕੰਮ ਕਰਨਾ ਪੈਂਦਾ ਨਾ, that actually breaks you somewhere. But at the end when you think about it ਕਿ ਹਾਂ you're here to earn, because I started working in the age of 17. ਮੈਂ 17 ਸਾਲ ਦੀ ਸੀ ਜਦੋਂ ਮੈਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। I was into yes. ਤੇ ਉੱਥੇ ਨਾਲ ਜਦੋਂ ਮੈਂ ਕੰਪੇਅਰ ਕਰਦੀ ਹਾਂ, I'm doing way better than them. Like ਜਿੰਨਾ 1 ਮਹੀਨੇ 'ਚ ਕਮਾਉਂਦੇ ਨੇ ਮੈਂ 1 ਹਫ਼ਤੇ 'ਚ earn ਕਰਦੀ ਹਾਂ। That mindset helped me out. Plus sometimes you feel really alone and isolated. That thing sometimes ਉਹ ਚੀਜ਼ ਹੁੰਦੀ ਹੈ। ਪਰ ਇਹ ਵੀ ਉਸ ਟਾਈਮ ਫਿਰ ਸਿੱਧਾ ਕਰ ਲੈਣ, ਭਾਵੇਂ 2 ਵਜੇ ਹੋਣ ਰਾਤੀ ਘਰਦਿਆਂ ਨੂੰ ਫੋਨ ਆਦਾ ਨਾ ਔਖਾ ਹੁੰਦਾ talk to me.
So they, yeah, my parents are बर्दाश्त नहीं really होएगा। supportive. They are Very really nice. optimistic and supportive people. So yeah, that's one of the things. ਅੱਛਾ ਕੌਨਫੀਡੈਂਸ ਦੇ ਨਾਲ ਨਾਲ ਨਾ ਡਰ ਵੀ ਲੱਗਦਾ ਹੁੰਦਾ ਹੈ। ਇਦਾਂ ਨਹੀਂ ਹੁੰਦਾ ਕਿ ਇਕੱਲੇ ਬੰਦੇ ਨੂੰ ਕਿਸੇ ਚੀਜ਼ ਤੋਂ ਡਰ ਨਹੀਂ ਲੱਗਦਾ। True. ਸੋ ਪਹਿਲਾਂ ਜਿੱਦਾਂ ਬੈਕ ਹੋਮ ਤੋਂ ਨਾ ਅਕਸਰ ਇਹ ਚੀਜ਼ਾਂ ਫਰਾਡਸ ਦਾ ਵੀ ਜ਼ਿਕਰ ਕਰੀਏ ਤਾਂ ਬਹੁਤ ਜ਼ਿਆਦਾ ਹੋਣ ਲੱਗ ਗਿਆ ਕਿਉਂਕਿ ਪਹਿਲੇ ਜਿੱਥੇ ਇਹ ਕਿਹਾ ਜਾਂਦਾ ਸੀਗਾ ਕਿ ਜੀ ਪਿੰਡਾਂ ਦੇ ਵਿੱਚ ਕੁੜੀਆਂ ਨੂੰ ਵਿਆਹੀਆਂ ਛੱਡ ਕੇ ਨੂੰ ਮੁੰਡੇ ਚਲੇ ਜਾਂਦੇ ਸੀਗੇ ਤੇ ਬਾਤ ਨਹੀਂ ਪੁੱਛਦੇ ਸੀ, ਬਾਅਦ ਚ ਪਿੰਡ 'ਚ ਕੁੜੀ ਇਕੱਲੀ ਰਹਿੰਦੀ ਸੀਗੀ। ਸੋ ਉਹ ਸਿਨੈਰੀਓ ਹੁਣ ਕਿਤੇ ਨਾ ਕਿਤੇ ਬਦਲ ਗਿਆ। ਕੁੜੀਆਂ ਨੂੰ ਵੀ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕਿ ਆਇਲਟਸ ਕਰੋ, ਬਾਅਦ ਚ ਮੁੰਡਿਆਂ ਦੇ ਨਾਲ ਤੁਸੀਂ ਬਾਹਰ ਚ ਜਾਣਾ ਹੈ। ਸੋ ਪੇਰੈਂਟਸ ਨੂੰ ਕਿਤੇ ਨਾ ਕਿਤੇ ਇਹਦੇ ਪਿੱਛੇ ਇਹ ਹੁੰਦਾ ਹੈ ਕਿ ਬਾਹਰ ਜਾਣ ਦੇ ਮਕਸਦ ਤੋਂ ਜ਼ਿਆਦਾ ਕਿ ਕੱਲੀ ਕੁੜੀ ਉੱਥੇ ਐਡਜਸਟ ਨਹੀਂ ਕਰ ਪਾਏਗੀ। ਉਹਨਾਂ ਨੂੰ ਇਹ ਹੁੰਦਾ ਕਿ ਅਸੀਂ ਇਹਨੂੰ ਜੇ ਕਿਸੇ ਰਿਲੇਸ਼ਨ 'ਚ ਬੰਨ ਦਿਆਂਗੇ ਨਾ ਤੇ ਇਹਦੇ ਨਾਲ ਕੋਈ ਸਪੋਰਟ ਹੋਏਗਾ। ਉਹਨਾਂ ਨੇ ਇਹ ਹੁੰਦਾ ਵੀ ਮੁੰਡਾ ਅਰਨ ਕਰੀ ਜਾਏਗਾ ਤੂੰ ਪੜੀ ਜਾਈਂ। ਦਿਸ ਇਜ਼ ਵਾਟ ਦ ਜਨਰਲ ਓਪੀਨੀਅਨ ਇਜ਼। ਠੀਕ ਹੈ, ਪਰ ਉਹਨੇ ਅੱਗੇ ਲੈ ਕੇ ਜਾ ਕੇ ਬਹੁਤ ਸਾਰੀਆਂ ਪ੍ਰੋਬਲਮਸ ਕ੍ਰੀਏਟ ਕਰ ਦਿੱਤੀਆਂ। ਇਮੀਗ੍ਰੇਸ਼ਨ ਫਰਾਡਸ ਕ੍ਰੀਏਟ ਕੀਤੇ, ਬਹੁਤ ਸਾਰੇ ਸੁਸਾਈਡਲ ਕੇਸ ਦੇਖਣ ਨੂੰ ਮਿਲੇ, ਬਹੁਤ ਸਾਰੇ ਫਰਾਡ ਇਸ ਤੋਂ ਇਲਾਵਾ ਪਰਸਨਲ ਤੁਹਾਨੂੰ ਰਿਲੇਸ਼ਨ 'ਚ ਦੇਖਣ ਨੂੰ ਮਿਲੇ। ਸੋ ਕੁੜੀਆਂ ਦਾ ਇਕੱਲੇ ਨਾ ਭੇਜਣਾ ਹੋਰ ਕਿਹੜੇ ਕਾਰਨ ਹੁੰਦੇ ਆ ਕਿ ਤੁਸੀਂ ਬੈਕ ਹੋਮ ਕਦੀ ਇਦਾਂ ਦੇ ਕਾਰਨ ਸੁਣੇ ਸੀ ਤੁਹਾਡੇ ਤੇ ਕੋਈ ਪ੍ਰੈਸ਼ਰ ਸੀ ਕਿ ਨਹੀਂ ਯਾਰ ਵਿਆਹ ਕਰਾ ਕੇ ਜਾਓ ਜ਼ਿਆਦਾ ਬੈਟਰ? ਬਿਲਕੁਲ ਵੀ ਨਹੀਂ। ਲਾਈਕ ਮੇਰੇ ਪੇਰੈਂਟਸ, ਮਾਈ ਫਾਦਰ ਬਿਲੋਂਗ ਟੂ ਆਰਮੀ। ਮੇਰੇ ਪਾਪਾ ਆਰਮੀ 'ਚ ਰਹੇ ਨੇ ਤੇ ਸੋਚ ਦਾ ਬਹੁਤ ਫਰਕ ਸੀ ਸਾਡੇ ਬਾਕੀ ਰਿਲੇਟਿਵਸ ਨਾਲੋਂ। ਸਿਰਫ ਮੇਰੇ ਮਮ ਡੈਡ ਅੜੇ ਹੋਏ ਸੀ। ਐਵਰੀਬਡੀ ਵਾਸ ਪ੍ਰੈਸ਼ਰਾਈਜ਼ਿੰਗ ਦੇ ਬਟ ਇੱਕ ਕੁੜੀ ਕੱਲੀ ਭੇਜਣੀ ਹੈ ਤੁਸੀਂ, ਹਜੇ ਤੇ ਹੁਣ ਇਹਨੂੰ ਸਮਝ ਆਈ ਹੈ ਦੁਨੀਆਦਾਰੀ ਦੀ ਤੇ ਤੁਸੀਂ ਇਹਨੂੰ ਬਾਹਰ ਭੇਜਣ ਲੱਗੇ ਹੋ, ਕੱਲੀ ਨੂੰ ਭੇਜਣ ਲੱਗੇ ਹੋ। ਨਾ ਭੇਜੋ, ਵਿਆਹ ਕਰਕੇ ਭੇਜੋ। ਉਧਰੋਂ ਮੈਂ ਅੜੀ ਹੋਈ ਸੀ, ਉਧਰੋਂ ਮੇਰੇ ਘਰ ਦੇ ਅੜੇ ਹੋਏ ਸੀ। ਕਹਿੰਦੇ ਭੇਜਣੀ ਹੈ ਤੇ ਅਸੀਂ ਆਪਣੇ ਦਮ ਤੇ ਭੇਜਣੀ ਹੈ, ਸਾਡੀ ਕੁੜੀ ਐਡਜਸਟ ਕਰ ਲੇਗੀ, ਸ਼ੀ ਨੋਜ਼ ਇਟ। ਕਿਉਂਕਿ ਪਾਪਾ ਨੇ ਸ਼ੁਰੂ ਤੋਂ ਹੀ ਇਸ ਤਰ੍ਹਾਂ ਰੱਖਿਆ ਸੀਗਾ ਕਿ ਸਾਰਾ ਕੰਮ ਆਪੇ ਕਰਨਾ ਆਪਣਾ। ਬੈਂਕਸ ਦਾ ਹੋ ਗਿਆ, ਇੱਧਰ ਉੱਧਰ ਹੋ ਗਿਆ, ਕੁਝ ਵੀ ਹੋ ਗਿਆ ਇਸ ਤਰ੍ਹਾਂ ਦਾ, ਯੂ ਆਰ ਗੋਨਾ ਡੂ ਇਟ ਬਾਈ ਯੋਰਸੈਲਫ। he has never spoon feeded us, both of us, ਮੈਂ ਔਰ ਮੇਰਾ ਬ੍ਰਦਰ ਦੋਵਾਂ ਨੂੰ। ਸੋ ਉਸ ਚੀਜ਼ ਨੇ ਸ਼ੁਰੂ ਤੋਂ ਮੈਂਟੈਲਿਟੀ ਬਿਲਡ ਕੀਤੀ ਹੋਈ ਸੀ। ਬਟ ਰਿਲੇਟਿਵਸ ਦੇ ਐਵਰੀਬਡੀ ਵਾਸ ਲਾਈਕ ਵਿਆਹ ਕਰਕੇ ਭੇਜੋ, ਕਿਉਂ ਕੁੜੀ ਕੱਲੀ ਭੇਜਣੀ ਹੈ। ਐਂਡ ਮਾਈ ਪੈਰੈਂਟਸ, ਸੋ I'm really thankful to God ਕਿ ਮੇਰੇ ਪੈਰੈਂਟਸ ਇਸ ਤਰ੍ਹਾਂ ਦੇ ਨਹੀਂ ਸੀਗੇ। ਅੱਛਾ, ਤੁਹਾਨੂੰ ਲੱਗਦਾ ਹੈ ਕਿ ਇਹ ਵੀ ਕਾਰਨ ਹੈ ਕਿ ਸੋਸਾਈਟਲ ਪ੍ਰੈਸ਼ਰ ਹੋ ਜਾਂਦਾ ਹੈ ਕਿ ਲੋਕ ਹੀ ਆਲੇ ਦੁਆਲੇ ਕਹਿ ਦਿੰਦੇ ਆ ਕਿ ਕੁੜੀਆਂ ਕੱਲੀਆਂ ਨਾ ਭੇਜੋ? ਐਬਸੋਲੂਟਲੀ। ਉਹ ਸਿੱਧੀ ਇਮੇਜ ਤੇ ਕੁਐਸਚਨ ਆਂਦਾ ਹੈ ਵੀ ਕੁੜੀ ਨੇ ਉੱਥੇ ਜਾ ਕੇ ਵਿਗੜ ਜਾਣਾ ਤੇ ਜਦੋਂ ਉੱਥੇ ਜਾ ਕੇ ਵਿਗੜ ਗਈ ਫਿਰ ਕੀ ਕਰੋਗੇ। I have heard this saying people ਕਿ ਕੁੜੀਆਂ ਉੱਥੇ ਜਾ ਕੇ ਚੇਂਜ ਹੋ ਜਾਂਦੀਆਂ ਨੇ। I've started ignoring it. ਪਹਿਲਾਂ ਤੇ ਬਹੁਤ ਗੁੱਸਾ ਆਉਂਦਾ ਹੁੰਦਾ ਸੀ ਵੀ ਤੁਸੀਂ ਐਵੇਂ ਨਹੀਂ ਜੱਜ ਕਰ ਸਕਦੇ। ਮੈਂ ਐਗਰੀ ਕਰਦੀ ਹਾਂ ਵੀ ਤੁਸੀਂ ਕਿਤੇ ਨਾ ਕਿਤੇ ਪ੍ਰੋਟੈਕਟਿਵਲੀ ਉਸ ਚੀਜ਼ ਨੂੰ ਲੈ ਰਹੇ ਹੋ, ਠੀਕ ਹੈ, that's well enough। ਬਟ ਜੇ ਤੁਹਾਨੂੰ ਆਪਣੇ ਬੱਚੇ ਦਾ ਪਤਾ ਹੈ ਵੀ ਤੁਹਾਡਾ ਬੱਚਾ ਇਸ ਤਰ੍ਹਾਂ ਦੀ ਚੀਜ਼ ਨਹੀਂ ਕਰੇਗਾ ਕੁਛ, ਜਾਂ ਆਪਣੇ ਆਪ ਨੂੰ ਸਹੀ ਡਾਇਰੈਕਸ਼ਨ 'ਚ ਰੱਖ ਸਕਦਾ, ਟਰਸਟ ਯੋਰ ਚਾਈਲਡ ਐਂਡ ਯੋਰ ਚਾਈਲਡ ਵਿਲ ਗਿਵ ਯੂ ਰਿਜ਼ਲਟਸ। ਵੈਰੀ ਨਾਈਸ। ਅੱਛਾ, ਤੁਹਾਡੇ ਸਟਰੋਂਗ ਜਿਸ ਤਰ੍ਹਾਂ ਦੇ ਥਾਟਸ ਹੁੰਦੇ ਆ ਨਾ, ਉਹ ਜਤਾਉਂਦੇ ਆ ਕਿ ਤੁਸੀਂ ਪਿੱਛੋਂ ਕਿੰਨੇ ਸਟਰੋਂਗ ਹੋ, ਹਨਾ। ਤੁਹਾਡੇ ਪੇਰੈਂਟਸ ਕਿੰਨੇ ਕਮਾਲ ਦੇ ਹੋਣਗੇ, ਤੁਹਾਡੇ ਨਾਲੋਂ ਕਿੰਨੇ ਜ਼ਿਆਦਾ ਸਪੋਰਟਿਵ ਹੋਣਗੇ, ਤੁਹਾਡੇ ਅਲਫਾਜ਼ਾਂ ਤੋਂ ਵਰਬਲੀ ਝਲਕਦਾ ਵੀ ਹੈ। ਅੱਛਾ, ਜਦੋਂ ਕਿਸੇ ਮੇਲ ਪਰਸਨ ਦੇ ਸਿਰ ਦੇ ਉੱਤੇ ਪੱਗ ਹੁੰਦੀ ਹੈ ਨਾ ਤਾਂ ਉਹਦੀ ਟੌਰ ਅਲੱਗ ਹੁੰਦੀ ਹੈ, ਉਹਨੂੰ ਇੱਕ ਡਿਫਰੈਂਟ ਕੌਨਫੀਡੈਂਸ ਮਤਲਬ ਮਹਿਸੂਸ ਹੁੰਦਾ ਹੈ। ਕੁੜੀਆਂ ਦੇ ਨਾਲ ਮੈਨੂੰ ਲੱਗਦਾ ਘੱਟ ਕਿਸੇ ਨੇ ਜਦੋਂ ਦਮਾਲਾ ਸਜਾਇਆ ਹੋਵੇ ਜਾਂ ਜਦੋਂ ਪੱਗ ਬੰਨੀ ਹੋਵੇ ਸਿਰ ਦੇ ਉੱਤੇ ਤੇ ਉਹ ਕੁੜੀਆਂ ਦਾ ਕੌਨਫੀਡੈਂਸ ਨਹੀਂ ਮੈਨੂੰ ਲੱਗਦਾ ਸਾਹਮਣੇ ਆਇਆ। ਕੁੜੀਆਂ ਨੂੰ ਕਿੱਦਾਂ ਦਾ ਲੱਗਦਾ? ਵਧੀਆ ਲੱਗਦਾ? ਕੁੜੀਆਂ ਨੂੰ ਇਹ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਮੇਰੇ ਲਈ। ਮੈਂ ਪਰਸਨਲੀ ਬਿਲੀਵ ਕਰਦੀ ਹਾਂ ਕਿ ਇਹ ਬਹੁਤ ਵੱਡੀ ਰਿਸਪੌਂਸਿਬਿਲਿਟੀ ਹੈ ਕਿਉਂਕਿ ਜਦੋਂ ਤੁਸੀਂ ਬਾਹਰ ਨਿਕਲਦੇ ਹੋ ਨਾ ਤੁਹਾਨੂੰ ਹਰ ਬੰਦਾ ਨੋਟਿਸ ਕਰਦਾ। ਮੈਂ ਇਹ ਚੀਜ਼ ਅਜਮਾ ਕੇ ਦੇਖੀ ਹੈ। ਘੱਟੋ ਘੱਟ ਇੱਕ ਦਿਨ ਦੇ ਵਿੱਚ ਆਈ ਹੈਵ ਸੀਨ ਐਟਲੀਸਟ 20 to 25 people staring at me because of the fact I'm wearing this and asking me about it. Like 1 or 2 people every day they ask me about it, why do you do this and what's the reason for this, and Other I do explain. Yes, because like I'm in a diverse section right now mere college de vich. Yeah, we have a diverse population there. So yeah, the people who don't know about it, even people from India don't know about it. Especially like mere close circle de vich Gujaratis zyada ne, so even they don't know about it, so they ask me about these things. And it's banda kehinde ne ek na sikh turda firda prachar hunda hai। ਤੁਸੀਂ ਪ੍ਰਚਾਰ ਇਹ ਨਹੀਂ ਵੀ ਤੁਸੀਂ ਜੇ ਸਪੀਕਰਸ 'ਚ ਬੋਲ ਰਹੇ ਹੋ ਜਾਂ ਤੁਸੀਂ ਥਰੂ ਕੈਂਪਸ ਜਾਂ ਥਰੂ ਫਲੈਗਸ ਕਿਸੇ ਤਰ੍ਹਾਂ ਪ੍ਰਮੋਟ ਕਰ ਰਹੇ ਹੋ। ਇੱਕ ਸਿੱਖ ਸਿੰਪਲ ਲਿਵਿੰਗ ਸਿੱਖ ਤੁਰਦਾ ਫਿਰਦਾ ਪ੍ਰਚਾਰ ਹੁੰਦਾ। ਸੋ ਪੀਪਲ ਡੂ ਆਸਕ ਯੂ ਅਬਾਊਟ ਯੂਰ ਟੀਚਿੰਗਸ ਐਂਡ ਦੈਟਸ ਦ ਵਨ ਆਫ ਦ ਵੇਜ਼ ਹਾਊ ਯੂ ਪ੍ਰੈਜ਼ੈਂਟ ਸਿੱਖਿਜ਼ਮ ਇਨ ਡੇਲੀ ਲਾਈਫ। ਕਰਦੇ ਹੋ ਫਿਰ ਜੇ ਕਰਨਾ ਹੋਏ? ਮੈਂ ਗੁਰੂ ਨਾਨਕ ਦੇਵ ਜੀ ਦੀਆਂ ਟੀਚਿੰਗਸ ਨੂੰ ਸਿੰਪਲ ਰੱਖਦੀ ਹਾਂ, ਉਹਨਾਂ ਨੂੰ ਅੱਗੇ ਰੱਖਦੀ ਹਾਂ ਕਿ ਕਿੰਨੇ ਉਹ ਪ੍ਰੈਕਟੀਕਲ ਸੀਗੇ ਔਰ ਆਪਣੀ ਹੱਕ ਦੀ ਕਮਾਈ ਕਰਨਾ ਤੇ ਰੱਬ ਨੂੰ
ਰੱਬ ਨੂੰ ਧਿਆਨ ਨਾਲ ਤੁਸੀਂ ਤੁਰਦੇ ਫਿਰਦੇ ਗੁਰੂ ਸਾਹਿਬ ਨੂੰ ਯਾਦ ਰੱਖਦੇ ਹੋ, ਮੈਂ ਇਸ ਚੀਜ਼ 'ਚ ਬਿਲੀਵ ਕਰਦੀ ਹਾਂ। ਨਿਤਨੇਮ ਜ਼ਰੂਰੀ ਹੈ, ਉਹ ਜਿਹੜੇ ਰੂਲਸ ਨੇ ਉਹਨਾਂ ਨੂੰ ਫੋਲੋ ਕਰਨਾ, ਬਟ ਦਿਨ ਦੇ ਵਿੱਚ ਉਹਨਾਂ ਨੂੰ ਯਾਦ ਰੱਖਣਾ, ਉਹ ਇਸ ਚੀਜ਼ 'ਚ ਮੈਂ ਬਹੁਤ ਜ਼ਿਆਦਾ ਬਿਲੀਵ ਕਰਦੀ ਹਾਂ ਕਿ ਤੁਸੀਂ ਆਪਣਾ ਹਾਰਡ ਵਰਕ ਕਰੋ, ਬਿਲੀਵ ਇਨ ਗॉड, ਟਰਸਟ ਇਨ ਹਿਸ ਪ੍ਰੋਸੈਸ ਐਂਡ ਯੂ ਵਿਲ ਫਾਈਂਡ ਯੋਰ ਵੇ, ਜਸਟ ਗੋ ਵਿਦ ਦ ਫਲੋ। ਅੱਛਾ, ਜਿਹੜੇ ਲੋਕ ਰਿਲੀਜੀਅਸ ਹੁੰਦੇ ਆ ਨਾ, ਉਹਨਾਂ ਦੇ ਉੱਤੇ ਨਾਲ ਦੇ ਨਾਲ ਇਹ ਵੀ ਪ੍ਰੈਸ਼ਰ ਲੋਕ ਪਾ ਦਿੰਦੇ ਆ ਕਿਸੇ ਨਾ ਕਿਤੇ ਕਿ ਹਾਂ ਅਸੀਂ ਇੰਪਰੂਵ ਕਰ ਰਹੇ ਹਾਂ, ਅਸੀਂ ਅੱਗੇ ਵਧ ਰਹੇ ਹਾਂ, ਨੋ ਡਾਊਟ, ਬਟ ਫਿਰ ਵੀ ਕਿਤੇ ਨਾ ਕਿਤੇ ਅਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਬੈਕ ਕਰਕੇ ਰੱਖਦੇ ਹਾਂ। ਇਸ ਤਰ੍ਹਾਂ ਦੀ ਸਟੇਟਮੈਂਟਸ ਕਈ ਵਾਰੀ ਸਾਹਮਣੇ ਆਉਂਦੀਆਂ, ਤੁਹਾਨੂੰ ਫੀਲ ਹੁੰਦੀਆਂ ਕਿ ਰਿਲੀਜੀਅਸ ਹੋਣ ਦੇ ਨਾਲ ਨਾ ਤੁਸੀਂ ਮਾਡਰਨ ਨਹੀਂ ਹੋ ਸਕਦੇ, ਜਾਂ ਤਾਂ ਤੁਸੀਂ ਮਾਡਰਨ ਹੋ ਸਕਦੇ ਹੋ ਜਾਂ ਰਿਲੀਜੀਅਸ ਹੋ ਸਕਦੇ ਹੋ। This was like back home India I started with Sikh modeling because of this. ਮੇਰਾ ਮੰਨਣਾ ਇਹ ਹੈ ਕਿ ਮਾਡਰਨ ਤੁਹਾਡੀ ਸੋਚ ਹੁੰਦੀ ਹੈ, ਬਟ ਕਿਤੇ ਨਾ ਕਿਤੇ ਤੁਸੀਂ ਰੂਲਸ 'ਚ ਰਹਿ ਕੇ ਆਪਣੇ ਆਊਟਫਿਟਸ ਨੂੰ ਵੀ ਮਾਡਰਨ ਕਰ ਸਕਦੇ ਹੋ, ਬਟ ਦੇ ਸ਼ੁੱਡ ਲੁੱਕ ਡੀਸੈਂਟ, ਯੂ ਨੋ, if you know how to present yourself decently with the trends, you can do it. This is one of my mottos, my personal belief that I can convert myself into a modern Sikh with the classic ideology, practicality of our gurus. That's what I believe. ਤੁਹਾਨੂੰ ਲੱਗਦਾ ਹੈ ਕਿ ਕਈ ਲੋਕ ਆਪਣੇ ਬਿਲੀਵ ਨੂੰ ਜਾਂ ਆਪਣੇ ਪੈਰ ਨੂੰ ਅੱਗੇ ਲੈ ਕੇ ਜਾਣਾ ਹੁੰਦਾ ਜੇ ਰਿਲੀਜਨ ਵੱਲ, ਤਾਂ ਇਸੇ ਗੱਲ ਨੂੰ ਲੈ ਕੇ ਪਿੱਛੇ ਹੋ ਜਾਂਦੇ ਆ ਕਿ ਪਤਾ ਨਹੀਂ ਪਹਿਰਾਵਾ ਵੀ ਬਦਲ ਦੇਣਾ ਹੈ, ਡਰ ਜਾਂਦੇ ਆ, ਉਹਨਾਂ ਨੂੰ ਸਹੀ ਗਾਈਡੈਂਸ ਨਹੀਂ ਹੁੰਦੀ ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ, ਤਾਂ ਇਹਦੇ ਕਰਕੇ ਕਿਤੇ ਉਹ ਆਪਣਾ ਪੈਰ ਤਾਂ ਨਹੀਂ ਪਿੱਛੇ ਕਰ ਲੈਂਦੇ ਕਿ ਨਹੀਂ ਯਾਰ ਜੇ ਅਸੀਂ ਬਹੁਤਾ ਜ਼ਿਆਦਾ ਇੰਨਾ ਜ਼ਿਆਦਾ ਆਪਣਾ ਯਕੀਨ ਦਿਖਾਉਣ ਲੱਗ ਜਾਂਗੇ ਤਾਂ ਕਿਤੇ ਸਾਨੂੰ ਅੰਮ੍ਰਿਤ ਛਕ ਲਾਂਗੇ ਤਾਂ ਕਿਤੇ ਸਾਨੂੰ ਇਹ ਨਾ ਕਹਿ ਦੇਣਗੇ ਨਹੀਂ ਤੁਸੀਂ ਹੁਣ ਇਦਾਂ ਨਾ ਕਰੋ, ਇਦਾਂ ਨਾ ਪਾਇਆ ਕਰੋ, ਇਹਨੂੰ ਰਿਪਰੈਜ਼ੈਂਟ ਨਾ ਕਰੋ। ਫੋਰਚੂਨੇਟਲੀ ਗੁਰੂ ਸਾਹਿਬ ਦੀ ਇਸ ਚੀਜ਼ ਲਈ ਬਹੁਤ ਮਿਹਰ ਰਹੀ ਹੈ। ਓਨੈਸਟਲੀ ਸਪੀਕਿੰਗ, ਮੈਨੂੰ ਇੰਡੀਆ 'ਚ ਇਸ ਚੀਜ਼ ਨੂੰ ਲੈ ਕੇ ਜ਼ਿਆਦਾ ਸੁਣਨ ਨੂੰ ਮਿਲਦਾ ਸੀ। ਮੈਨੂੰ ਟੀਚਰਾਂ ਕਰਦੇ ਸੀਗੇ ਮੇਰੇ ਨਾਲ ਦੇ, ਈਵਨ ਮੇਰੇ ਟੀਚਰਸ ਸਕੂਲ ਦੇ ਵਿੱਚ, ਕਿ ਤੁਸੀਂ ਚੁੰਨੀ ਲੈ ਕੇ ਰੱਖਦੇ ਹੋ, ਤੂੰ ਬੇਬੇ ਬਣ ਕੇ ਰਹਿੰਦੀ ਹੈ। ਦਿਸ ਇਜ਼ ਦ ਵਰਡਿੰਗਸ ਦੈਟ ਆਈਵ ਹਰਡ ਦੇਅਰ, ਬਟ ਵੈਨ ਆਈ ਕੇਮ ਹੇਅਰ it was a different picture. People are supportive about it, plus they don't know, first of all, when you tell them about this they respect it. And ਮੈਨੂੰ ਹੁਣ ਤੱਕ ਕਿਤੇ ਵੀ ਰਿਲੀਜਨ ਨੂੰ ਲੈ ਕੇ ਡਿਸਕ੍ਰਿਮੀਨੇਸ਼ਨ ਫੋਰਚੂਨੇਟਲੀ ਨਹੀਂ ਮਿਲਿਆ ਵੀ ਮੈਨੂੰ ਕਿਸੇ ਨੇ ਇਸ ਚੀਜ਼ ਨੂੰ ਕਰਨ ਤੋਂ ਰੋਕਿਆ ਹੋਵੇ। ਇਨਸਟੈਡ ਲੋਕੀ ਪੁੱਛਦੇ ਨੇ that how you manage it, and I love it. ਵੈਰੀ ਨਾਈਸ। ਉਹਦਾ ਤੁਹਾਡੇ ਥਾਟਸ ਬਹੁਤ ਬਿਊਟੀਫੁਲ ਨੇ, ਗੱਲਾਂ ਤਾਂ ਅਸੀਂ ਕਿੰਨੀ ਵੀ ਕਰ ਸਕਦੇ ਹਾਂ, ਬਟ ਕੁਇਕਲੀ ਇਹਨੂੰ ਰੈਪ ਅਪ ਵੀ ਕਰਨਾ ਪੈਣਾ। ਸੋ ਕੁਝ ਜਦੋਂ ਤੁਸੀਂ ਜ਼ਿਕਰ ਕੀਤਾ ਰੈਂਟਲ ਦਾ ਕਿ ਤੁਸੀਂ ਉੱਥੋਂ ਬੈਕ ਹੋਮ ਇੰਡੀਆ ਤੋਂ ਲੈ ਕੇ ਆਏ ਸੀਗੇ, ਤੁਹਾਨੂੰ ਆਸਾਨੀ ਨਾਲ ਘਰ ਤੇ ਰੈਂਟ ਮਿਲ ਗਿਆ, ਰੈਂਟ ਤੇ ਘਰ ਮਿਲ ਗਿਆ, ਤੇ ਉਹ ਬਹੁਤ ਜ਼ਿਆਦਾ ਔਖਾ ਨਹੀਂ ਹੋਇਆ। ਹੁਣ ਥੋੜਾ ਚੇਂਜ ਹੋ ਗਿਆ ਹੈ ਨਾ, ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਬੜਾ ਜ਼ਿਆਦਾ ਪ੍ਰੈਸ਼ਰ, ਕਿਉਂਕਿ ਹਾਲ ਹੀ ਦੇ ਵਿੱਚ ਕੁਝ ਮੈਜੋਰਿਟੀ ਦੇ ਵਿੱਚ ਵੀਡੀਓਜ਼ ਇਸ ਤਰ੍ਹਾਂ ਦੀ ਸਾਹਮਣੇ ਆਈਆਂ ਜਿਹਦੇ ਵਿੱਚ ਲੈਂਡਲੋਰਡ ਟੈਨੈਂਟਸ ਦਾ ਬਹੁਤ ਇਸ ਤਰ੍ਹਾਂ ਦਾ ਕੇਸ ਸੁਣਨ ਨੂੰ ਮਿਲਿਆ ਕਿ ਗਲਤੀ ਕਿਹਦੀ ਹੈ ਕਿਹਦੀ ਨਹੀਂ ਸਾਨੂੰ ਨਹੀਂ ਪਤਾ, ਪਰ ਸਫਰ ਸਾਡੀ ਕਮਿਊਨਿਟੀ ਜੇ ਕਹੀਏ ਤਾਂ ਕੀਤਾ ਕਿ ਪੰਜਾਬੀਆਂ ਦਾ ਨਾਮ ਜਦੋਂ ਸਾਹਮਣੇ ਆ ਜਾਂਦਾ ਤੇ ਇੱਥੇ ਕੈਨੇਡਾ ਦੇ ਵਿੱਚ ਵੀ ਕੋਈ ਸਾਨੂੰ ਸੁਣ ਕੇ ਬਹੁਤਾ ਚੰਗਾ ਨਹੀਂ ਲੱਗਦਾ ਹੈ ਨਾ। ਸੋ ਬੱਚੇ ਜੇ ਹੁਣ ਜਿਹੜੇ ਆ ਰਹੇ ਹੋਣ, ਕਿਉਂਕਿ ਸੈਪਟੈਂਬਰ ਇਨਟੇਕ ਬਹੁਤ ਵੱਡਾ ਇਨਟੇਕ ਹੁੰਦਾ ਹੈ, ਬਹੁਤ ਵੱਡਾ, ਸੋ ਰੈਂਟ ਤੇ ਕਿਸ ਤਰ੍ਹਾਂ ਕੇਅਰਫੁਲੀ ਆਪਣੇ ਕਦਮ ਰੱਖਣੇ ਆ, ਉਹਦੇ ਲਈ ਕੁਝ ਤੁਸੀਂ ਸੁਜੈਸ਼ਨਸ ਦੇਣਾ ਚਾਹੁੰਦੇ ਹੋ, ਖਾਸ ਕਰਕੇ ਇਕੱਲੀਆਂ ਕੁੜੀਆਂ? ਐਬਸੋਲੂਟਲੀ। ਤਾਂ ਦ ਫਰਸਟ ਥਿੰਗ ਜਿਹੜੀ ਮੈਂ ਕੀਤੀ ਸੀਗੀ, ਜਿਹੜੇ ਮੇਰੇ ਇੱਥੇ ਫਰੈਂਡਸ ਸੀਗੇ, ਮੈਂ ਆਪ ਨਹੀਂ ਸੀ ਕੰਟੈਕਟ ਕੀਤਾ ਇੱਥੇ, ਮੇਰੇ ਜਿਹੜੇ ਇੱਥੇ ਫਰੈਂਡਸ ਸੀਗੇ ਉਹ ਘਰ ਦੇਖ ਕੇ ਆਏ ਸੀ ਸਪੈਸ਼ਲ। ਉਹਨਾਂ ਨੇ ਜਦੋਂ ਲੱਭਿਆ ਮੈਂ ਉਹਨਾਂ ਨੂੰ ਆਪਣੀਆਂ ਰਿਕੁਆਇਰਮੈਂਟਸ ਦੱਸ ਦਿੱਤੀਆਂ ਵੀ ਮੈਨੂੰ ਬੱਸ ਸਟਾਪ ਨੇੜੇ ਚਾਹੀਦਾ ਹੈ, ਪਲਾਜ਼ਾ ਨੇੜੇ ਚਾਹੀਦਾ ਹੈ, ਮਤਲਬ ਮੇਰੇ ਘਰ ਦੇ ਸਾਹਮਣੇ ਬੱਸ ਸਟਾਪ ਹੈ, ਘਰ ਦੇ ਸਾਹਮਣੇ ਪਲਾਜ਼ਾ ਹੈ, 10 ਮਿੰਟ ਦੀ ਵਾਕ ਤੇ ਕਾਲਜ ਹੈ। ਸੋ ਆਈ ਐਕਚੁਅਲੀ ਸਰਚਡ ਅਬਾਊਟ ਐਵਰੀਥਿੰਗ। ਤੇ ਮੈਂ ਜਦੋਂ ਆਪਣੇ ਫਰੈਂਡਸ ਨੂੰ ਦੱਸਿਆ, ਉਹਨਾਂ ਨੇ ਸਪੈਸ਼ਲੀ ਆ ਕੇ ਪਹਿਲਾਂ ਘਰ ਦੇਖਿਆ, ਓਨਰਸ ਨਾਲ ਗੱਲਬਾਤ ਕੀਤੀ, ਸ਼ੋਰਿਟੀ ਕਰਕੇ ਮੈਂ ਉੱਥੋਂ ਪੈਸੇ ਭੇਜ ਦਿੱਤੇ ਸੀ ਇਹਨਾਂ ਨੂੰ, ਸਿੱਧਾ ਇੰਟਰੈਕਟ ਕੀਤਾ ਕਿ ਹਾਂਜੀ ਯੂ ਨੋ ਇੰਟਰੈਕਟ them, I send them the money. So instead of going by yourself, talk to your people। ਜਿਹੜਾ ਕੋਈ ਇੱਥੇ ਤੁਹਾਡਾ ਹੈਗਾ ਨੋਨ ਚੋਂ ਨਿਕਲ ਆਉਂਦਾ, ਕੋਈ ਨਾ ਕੋਈ ਤੇ ਨੋਨ ਚੋਂ ਨਿਕਲ ਕੇ ਹੀ ਆਉਂਦਾ ਅੱਗੋਂ। ਇੱਥੇ ਆ ਕੇ ਅਗਲੇ ਬੰਦੇ ਕੋਲ ਰਹਿ ਕੇ ਤੇ ਫੇਰ ਲੱਭਣ ਨਾਲੋਂ ਅਗਲੇ ਬੰਦੇ ਨੂੰ ਪਹਿਲਾਂ ਹੀ ਰਿਕੁਐਸਟ ਕਰ ਦਿਓ ਕਿ ਭੈਣ ਭਰਾ ਬਣ ਕੇ ਲੱਭ ਕੇ ਰੱਖੀ ਵਾਸਤੇ। ਤੇ ਇਨ ਕੇਸ ਜੇ ਤੁਸੀਂ ਸੋਸ਼ਲ ਮੀਡੀਆ ਪਲੇਟਫਾਰਮਸ ਤੋਂ ਲੱਭਦੇ ਵੀ ਹੋ, ਆਸਕ ਦ ਪਰਸਨ ਹੂ ਇਜ਼ ਹੇਅਰ ਕਿ ਚੈੱਕ ਕਰਕੇ ਆਏ ਜਾ ਕੇ ਵੀ ਉਹ ਐਕਚੁਅਲੀ ਜਗ੍ਹਾ ਐਗਜ਼ਿਸਟ ਕਰਦੀ ਵੀ ਹੈ, ਕਿਉਂਕਿ ਮੋਸਟ ਆਫ ਦਾ ਟਾਈਮ ਕੀ ਹੁੰਦਾ ਵੇਖ ਲੈਂਦੇ ਨੇ, ਉਹ ਗੌਰ ਨਹੀਂ ਕਰਦੇ ਉਸ ਚੀਜ਼ ਤੇ ਬਾਅਦ 'ਚ ਫਰੋਡਸ ਨਿਕਲਦੇ ਆ। ਆਈਵ ਸੀਨ ਮੈਨੀ ਕੇਸਿਸ ਇਨ ਮਾਈ ਸਰਕਲ ਆਲਸੋ ਕਿ ਪਹਿਲਾਂ ਰੈਂਟ ਦੇਤਾ ਜੀ ਉਹਨਾਂ ਨੇ, ਸਿੱਧਾ ਟੈਨੈਂਟਸ ਰਾਈਟਸ ਦਾ ਪਤਾ ਹੈ ਨਹੀਂ, ਰੈਂਟ ਦੇਤਾ, ਜਿਵੇਂ ਕਿ ਆਪਾਂ ਫਸਟ ਔਰ ਲਾਸਟ ਮੰਥ ਦਾ ਰੈਂਟ ਲੈ ਸਕਦੇ ਨੇ ਤੁਹਾਡੇ ਤੋਂ, ਉਸ ਤੋਂ ਜ਼ਿਆਦਾ ਲੈ ਨਹੀਂ ਸਕਦੇ, ਸਿੱਧਾ 1000-1200 ਦਾ ਰੈਂਟ ਦੇਤਾ, ਬਾਅਦ 'ਚ ਪਤਾ ਲੱਗਾ ਜੀ ਘਰ ਹੀ ਐਗਜ਼ਿਸਟ ਨਹੀਂ ਕਰਦਾ। ਸੋ ਦੈਟਸ ਵੈਰੀ ਇੰਪੋਰਟੈਂਟ ਕਿ ਇੱਥੇ ਦੀ ਜਿਹੜੀ ਕਮਿਊਨਿਟੀ ਹੈ, ਆਸਕ them, talk to them and yeah, just you know work out with those। ਅੱਛਾ, ਇਹਦੇ ਨਾਲ ਹੀ ਜੁੜਦੀ ਗੱਲ ਕਰੀਏ ਕਿ ਜਦੋਂ ਆ ਜਾਣਾ ਤੁਸੀਂ, ਘਰ ਵੀ ਲੱਭ ਗਿਆ, ਸਭ ਕੁਝ ਹੋ ਗਿਆ, ਥੋੜੀ ਸੈਟਲਮੈਂਟ ਹੋ ਗਈ, ਕਾਲਜ ਵੀ ਹੋਇਆ, ਫਿਰ 2023 ਨੂੰ ਲੈ ਕੇ ਕੈਨੇਡਾ ਨੇ ਬਹੁਤ ਆਪਣਾ ਇੱਕ ਇੰਪ੍ਰੈਸ਼ਨ ਜਤਾਤਾ ਹੋਇਆ ਕਿ ਜੌਬਸ ਨਹੀਂ ਹੈਗੀਆਂ, ਕੰਮ ਨਹੀਂ ਮਿਲਦਾ।
ਕਿਸ ਤਰ੍ਹਾਂ ਸਟੂਡੈਂਟਸ ਸਫਰ ਕਰ ਰਹੇ ਆ ਤੇ ਅੱਗੇ ਤੁਹਾਨੂੰ ਫਿਊਚਰ ਕੀ ਨਜ਼ਰ ਆਉਂਦਾ ਹੈ ਕਿ ਕਿਸ ਤਰ੍ਹਾਂ ਹਾਲਾਤ ਜਿਹੜੇ ਬੈਟਰ ਹੋਣਗੇ? ਡਿਮਾਂਡ ਕੀ ਹੈ ਇੰਟਰਨੈਸ਼ਨਲ ਸਟੂਡੈਂਟ ਦੀ? ਮੇਨ ਦਿੱਕਤ ਇਹ ਹੈ ਕਿ ਜਿਹੜੇ ਸਟੂਡੈਂਟਸ ਇੱਥੇ, ਜਿਹੜੇ ਮੈਨੂੰ ਫੀਲ ਹੁੰਦੀ ਹੈ ਪਰਸਨਲੀ ਕਿ ਜਿਹੜੇ ਇੱਥੇ ਸਟੂਡੈਂਟਸ ਆਉਂਦੇ ਨੇ, ਫਸਟ ਆਫ ਆਲ ਆਉਂਦੇ ਨੇ 12th ਤੋਂ ਬਾਅਦ, ਉਹਨਾਂ ਦੇ ਕੋਲ ਕੋਈ ਐਕਸਪੀਰੀਅੰਸ ਨਹੀਂ ਆ ਕਿਸੇ ਵੀ ਚੀਜ਼ ਦਾ। ਆਪਸ਼ਨ ਕੀ ਬਚਦਾ ਹੈ? ਜਿਹੜੇ ਬੰਦੇ ਕੋਲ ਕੈਨੇਡਾ 'ਚ ਐਕਸਪੀਰੀਅੰਸ ਨਹੀਂ ਹੈ, ਰੈਫਰੈਂਸਸ ਨਹੀਂ ਹੈ ਜਾਂ ਲਿੰਕ ਨਹੀਂ ਹੈ, ਜੇ ਕੁਆਲੀਫਿਕੇਸ਼ਨ ਵੀ ਨਹੀਂ ਹੈਗੀ ਤੇ ਫਿਰ ਜਨਰਲ ਲੇਬਰ ਹੀ ਕਰਨੀ ਹੈ, ਹੋਰ ਕੋਈ ਆਪਸ਼ਨ ਹੀ ਨਹੀਂ ਬਚਦਾ ਪਿੱਛੇ। ਹੁਣ ਜਨਰਲ ਲੇਬਰ ਦੇ ਵਿੱਚ ਡਿਮਾਂਡ ਇੰਨੀ ਜ਼ਿਆਦਾ, ਜਨਰਲ ਲੇਬਰ ਦੇ ਵਿੱਚ ਇਸ ਟਾਈਮ ਕੀ ਹੈ, ਕਿਉਂਕਿ ਦੈਟਸ ਟਰੂ ਕਿ ਜੌਬਸ ਦੀ ਬਹੁਤ ਘੱਟ ਹੋਈ ਹੈ, ਸ਼ਾਰਟੇਜ ਬਹੁਤ ਜ਼ਿਆਦਾ। ਪਰ ਜੇ ਤੁਸੀਂ ਸਿੰਧ 'ਤੇ ਗੱਲ ਕਰੋ ਤੇ ਇਫ ਯੂ ਡੋਂਟ ਹੈਵ ਕਨੈਕਸ਼ਨਸ, you talk to agencies, but that takes time. But sin te job, yes, available ਹੈਗੀ ਹੈ, but you have to find it, you have to work for it. ਇਹ ਨਹੀਂ ਵੀ ਤੁਹਾਨੂੰ directly ਮਿਲ ਜੇਗੀ। if you don't have strong personal references, you have to go through agencies. but sin ਤੇ ਕੰਮ ਜ਼ਰੂਰ ਮਿਲ ਜਾਂਦਾ ਹੈ, ਥੋੜਾ ਟਾਈਮ ਲੱਗਦਾ, but yes, you have to work a little hard for it. but ਇਹ ਹੈ ਕਿ out of Brampton ਦੇਰ ਜੌਬਸ ਦੀ ਜਿਹੜੀ ਉਹ ਹੈ ਜ਼ਿਆਦਾ ਹੈ, ਜਾਂ ਬਰੈਂਪਟਨ ਦੇ ਵਿੱਚ ਘੱਟ। ਬਰੈਂਪਟਨ ਦੀ ਤੁਸੀਂ ਜ਼ਿਕਰ ਕੀਤਾ, ਇਹ ਨਹੀਂ ਹੋ ਸਕਦਾ ਕਿ ਬਰੈਂਪਟਨ ਦੀ ਵੀ ਜਾਂਦੇ ਜਾਂਦੇ ਗੱਲ ਨਾ ਕਰੀਏ। ਹਾਊਸ ਬਰੈਂਪਟਨ ਓਵਰਆਲ, ਲਾਈਕ ਇਫ ਆਈ ਟਾਕ ਅਬਾਊਟ ਦ এনवायरमेंट ਇਜ਼ ਓਕੇ। ਤੇ ਰਾਤ ਨੂੰ ਨਿਕਲਣ ਲੱਗਿਆ ਡਰ ਲੱਗਦਾ ਅਜੇ ਵੀ, ਕਿਉਂਕਿ ਮੈਂ ਨਹੀਂ ਨਿਕਲਦੀ, ਮੈਂ ਰਾਤੀ ਇਕੱਲੀ ਨਹੀਂ ਨਿਕਲਦੀ ਹੈਗੀ। ਮੇਰਾ ਵੀ ਟਾਈਮ ਹੈ ਕਿ ਮੈਂ 8 ਵਜੇ ਤੱਕ 9:30 ਵਜੇ ਤੱਕ ਬਾਹਰ। ਤੇ ਕੁਛ ਇਹ ਵੀ ਫੋਰਚੂਨੇਟਲੀ ਬੱਸ ਸਟਾਪ ਬਿਲਕੁਲ ਸਾਹਮਣੇ ਮੇਰੇ ਘਰ ਦੇ, ਸੋ ਮੈਂ ਜੇ ਰਾਤੀ ਨਾਈਟ ਸ਼ਿਫਟ ਲਾਉਂਦੀ ਵੀ ਸੀ, ਸਿੱਧਾ ਬੱਸ ਸਟਾਪ ਤੋਂ ਸਿੱਧਾ ਟਰਮੀਨਲ, ਫਿਰ ਸਾਹ ਆਉਂਦਾ ਹੁੰਦਾ ਸੀ ਵੀ ਹਾਂ। ਬਟ ਇਹ ਹੈ ਕਿ ਹਾਂ, ਰਾਤੀ ਨਿਕਲਣ ਲੱਗਿਆ ਥੋੜਾ ਜਿਹਾ ਲੱਗਦਾ ਡਰ। ਅਦਰਵਾਈਜ਼ ਬਰੈਂਪਟਨ ਇਜ਼ ਗੁੱਡ ਐਂਡ ਯੂ ਹੈਵ ਯੋਰ ਪੀਪਲ ਅਰਾਊਂਡ, ਬਟ ਆਈ ਕੀਪ ਮਾਈ ਸਰਕਲ ਕਲੋਜ਼। ਸੋ ਮੇਰਾ ਤਾਂ ਵੀ ਕਰਕੇ ਇੱਥੇ ਇੰਟਰੈਕਸ਼ਨ ਪੂਰੀ ਹੋਣ ਕਰਕੇ ਮੈਂ ਬਚੀ ਹੋਈ ਹਾਂ ਕਿ ਮੈਂ ਜ਼ਿਆਦਾ ਖੁੱਲਦੀ ਨਹੀਂ ਹੈਗੀ ਜਲਦੀ, ਮੇਰਾ ਸਰਕਲ ਬਹੁਤ ਛੋਟਾ ਹੈ। ਤੇ ਇਹ ਕਿ ਜਿਹਨੇ ਮੇਰੇ ਟਰਸਟਵਰਦੀ ਨੇ, ਕਿ ਬਹੁਤ ਘੱਟ ਲੋਕ ਨੇ ਜਿਨ੍ਹਾਂ ਨਾਲ ਮੈਂ ਕਮਿਊਨੀਕੇਟ ਵੀ ਕਰਦੀ ਹਾਂ ਈਵਨ, ਤੇ ਦੈਟ ਹੈਜ਼ ਹੈਲਪਡ ਮੀ ਅ ਲੋਟ ਟੂ ਕੀਪ ਮਾਈ ਸੈਲਫ ਅਵੇ ਫਰਮ ਸਕੈਮਸ ਐਂਡ ਐਵਰੀਥਿੰਗ। and good luck for your future. Thank you so much. I hope the best time comes to you and ਆਉਣ ਵਾਲੇ ਸਾਲਾਂ ਦੇ ਵਿੱਚ obviously ਮੈਂ ਜਦੋਂ ਵੀ ਮਿਲਦੀ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਲਿੰਕ 'ਚ ਰਹੀਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਤੁਹਾਡੀ ਸਕਸੈਸ ਨੂੰ ਫਿਰ ਮੈਂ ਇੰਜੋਏ ਕਰਾਂ ਨਾ, ਕਿਉਂਕਿ ਮੈਨੂੰ ਫਿਰ ਬਹੁਤ ਲੱਗਦਾ ਹੈ ਕਿ ਜਿਹਨੂੰ ਵੀ ਤੁਸੀਂ ਮਿਲੇ ਉਹ ਤੋਂ ਬਾਅਦ he's here and she's there. And the journey that builds up a journey, story ਬਣਨੀ। Yes, absolutely. Good luck and all the very best to you. Thank you so Future much. plans ਕੀ ਨੇ? ਤੇ ਕਈ ਵਾਰੀ ਇਹ ਵੀ ਹੁੰਦਾ ਕਿ ਜਦੋਂ ਤੁਸੀਂ ਸੈਟਲ ਹੋਣ ਲੱਗਦੇ ਹੋ, ਪੜ੍ਹਾਈ ਖਤਮ ਹੋਣ ਲੱਗਦੀ ਹੈ, ਤਾਂ ਵੀ ਸੁਜੈਸ਼ਨ ਆਉਂਦੀ ਹੈ ਨਾ ਕਿ ਹੁਣ ਚਲੋ ਵਿਆਹ ਕਰਾ ਲਓ, PR ਸੌਖੀ ਹੋ ਜਾਏਗੀ। ਸੋ PR ਸਿਟੀਜ਼ਨ ਦਾ ਵੀ ਸਾਡੀ ਸ਼ੇਰਨੀ ਦਾ ਜਿਹੜਾ ਟੀਚਾ ਹੈ ਉਹ ਕੱਲਿਆਂ ਦਾ। ਓਕੇ, ਫॉर ਇਹਦੇ ਲਈ ਤੇ ਮੇਰੇ ਪੈਰੈਂਟਸ ਦਾ, ਤੇ ਉਹਨਾਂ ਨੇ ਮੈਨੂੰ ਪਹਿਲਾਂ ਹੀ ਇੱਧਰੋਂ ਅਲਟੀਮੇਟਮ ਦੇ ਕੇ ਭੇਜਿਆ ਵੀ ਜਿੰਨੀ ਦੇਰ ਤੇਰਾ ਉਹ ਨਹੀਂ ਹੁੰਦਾ, ਤੇਰੀ PR ਨਹੀਂ ਹੁੰਦੀ, ਤੂੰ ਵਾਪਸ ਨਹੀਂ ਆਣਾ ਇੰਡੀਆ। ਸੋ ਉਹ ਤੇ ਡਨ ਹੀ ਹੈ, ਪਹਿਲੇ ਡੀਲ ਵੀ ਉਹ ਤੇ ਬਾਹਰ ਹੈ ਵੀ ਤੁਸੀਂ ਵਾਪਸ ਨਹੀਂ ਜਾ ਸਕਦੇ ਹੋ, ਨਹੀਂ ਤੇ ਜਿੰਨੇ ਤੁਹਾਡਾ PR ਦਾ ਫਿਨਿਸ਼ ਨਹੀਂ ਹੁੰਦਾ ਹੈਗਾ। ਈਵਨ ਉਹਨਾਂ ਨੇ ਆਣਾ ਮੇਰੀ ਕਨਵੋਕੇਸ਼ਨ ਤੇ ਮੈਨੂੰ ਮਿਲਣ ਵਾਸਤੇ। ਦੇ ਲਾਈਕ ਦੇ ਆਰ ਗੋਣਾ ਕਮ ਹੇਅਰ ਫॉर ਲਾਈਕ 6 months and they'll go back. They would be very proud. Of course they are. And ਮੇਰੀ ਇਸ ਟਾਈਮ ਕੋਸ਼ਿਸ਼ ਇਹ ਚੱਲ ਰਹੀ, ਕਿਉਂਕਿ ਮੈਨੂੰ ਸੁਣਨ ਨੂੰ ਇਹ ਮਿਲਿਆ ਵੀ ਓਨਟਾਰੀਓ ਸਟੇਟ ਦੇ ਵਿੱਚ PR ਬਹੁਤ ਔਖੀ ਹੈ। ਮੇਰੀ ਇਹ ਥਿੰਕਿੰਗ ਹੈ ਕਿ ਮੈਂ ਜਿਹੜੇ ਸਟੱਡੀ ਦੇ ਇੰਨੇ ਪੁਆਇੰਟਸ ਮੇਰੇ ਨੇ, ਮੈਂ ਉਹ ਖਰਾਬ ਨਹੀਂ ਕਰਨਾ ਚਾਹੁੰਦੀ। ਸੋ ਮੇਰੀ ਫਿਊਚਰ ਪਲਾਨਿੰਗ ਹੈ ਦੈਟ ਆਈ ਵਾਂਟ ਟੂ ਸੈਟਲ ਇਨ ਓਨਟਾਰੀਓ ਸਟੇਟ। ਤੇ ਉਹਦੇ ਲਈ ਆਮ ਸਰਚਿੰਗ ਫॉर ਇਟ ਕਿ ਵਟ ਲਾਈਕ ਮੇਰੀ ਫੀਲਡ ਆਲਰੇਡੀ ਆਮ ਇਨਟੂ ਸਾਇੰਸਿਸ। ਸੋ ਆਈ ਐਮ ਐਕਸਪੈਕਟਿੰਗ ਕਿ ਇਫ ਆਈਲ ਗੈਟ ਆਊਟ ਆਫ ਬਰੈਂਪਟਨ, ਸਟਿਲ ਇਨ ਓਨਟਾਰੀਓ, ਆਈਲ ਬੀ ਏਬਲ ਟੂ ਸੈਟਲ। ਅਮੇਜ਼ਿੰਗ। ਉਮੀਦ ਕਰਦੇ ਹਾਂ ਕਿ ਤੁਹਾਡਾ ਇਹ ਕੌਨਫੀਡੈਂਸ ਬਰਕਰਾਰ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਸਾਰੀਆਂ ਤਰੱਕੀਆਂ ਕਰੋ, ਤਾਂ ਕਿ ਤੁਹਾਡੇ ਪੇਰੈਂਟਸ ਥੋੜੇ ਨਹੀਂ ਬਹੁਤ ਜ਼ਿਆਦਾ ਪ੍ਰਾਊਡ ਹੁੰਦੇ ਰਹਿਣ। ਐਂਡ ਜਿੱਥੇ ਤੁਹਾਡਾ ਵਿਆਹ ਵੀ ਹੋਇਆ ਨਾ, ਆਲ ਦ ਵੈਰੀ ਬੈਸਟ ਫॉर दैट ਆਲਸੋ, ਕਿਉਂਕਿ ਇਸ ਤਰ੍ਹਾਂ ਦੀਆਂ ਕੁੜੀਆਂ ਦੇ ਲਈ ਇਹ ਵੀ ਬੜੀਆਂ ਸਟੇਟਮੈਂਟਸ ਹੁੰਦੀਆਂ ਜੀ, ਵਿਆਹ ਤੋਂ ਬਾਅਦ ਬਦਲ ਜਾਂਦੀਆਂ, ਇਦਾਂ ਹੋ ਜਾਂਦਾ, ਉੱਦਾਂ ਹੋ ਜਾਂਦਾ। ਉਹ ਤੇ ਡਿਪੈਂਡ ਕਰਦਾ, ਜੇ ਤੁਹਾਨੂੰ ਆਪਣੇ ਵਰਗਾ ਘਰ ਮਿਲ ਜੇ ਤੇ ਫਿਰ ਕੀ, ਆਪਣਾ ਘਰ ਵੀ ਉਹਨਾਂ ਨੂੰ ਆਪਣੇ ਫੈਮਿਲੀ ਵਾਂਗੂ ਟਰੀਟ ਕਰਨਾ ਪੈਂਦਾ। ਜੇ ਤੁਸੀਂ ਕਰੋਗੇ ਨਹੀਂ ਤਾਂ ਆਬਵੀਅਸਲੀ ਦੇ ਵਿਲ ਬੀ ਸਟ੍ਰੇਂਜਰਸ ਫॉर ਯੂ। ਇਨ-ਲॉज ਵੀ ਬੜੇ ਪ੍ਰਾਊਡ ਹੋਣਗੇ। ਗੁੱਡ ਲੱਕ ਫॉर दैट। ਅਜੇ 28 ਸਾਲ ਤੱਕ ਨਹੀਂ ਕਰਾਣਾ, ਅਜੇ ਛੁੱਟੀ ਉਹਦੀ ਸੈਟਲ ਹੋ ਲਿਆ। ਥੈਂਕ ਯੂ ਸੋ ਮਚ ਫॉर दैट। ਯਾ ਥੈਂਕ ਯੂ। ਥੈਂਕ ਯੂ। ਐਂਡ ਜਿੱਥੇ ਮੈਂ ਮਿਲਾਂ ਨਾ ਜਿਹੜੇ ਰਿਲੀਜੀਅਸ ਲੋਕ ਹੋਣ, ਮੈਨੂੰ ਹਮੇਸ਼ਾ ਚੰਗਾ ਲੱਗਦਾ ਹੈ ਇਸੇ ਗੱਲ ਦੇ ਨਾਲ ਐਂਡਿੰਗ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।